ਨੰਬਰ 633 ਤੇ ਸੂਰਤ ਰਾਗ ਵਿੱਚ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ ਕਰ ਰਹੇ ਹਨ। ਸੂਰਤ ਮਹੱਲਾ ਨੌਵਾਂ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨ ਸਤ ਲਗਤ ਨਾ ਬਾਰ ਰਹਾਓ। ਗੁਰੂ ਸਾਹਿਬ ਨਰ ਨੂੰ ਸੰਬੋਧਿਤ ਕਰਦੇ ਸਾਰੇ ਇਨਸਾਨਾਂ ਨੂੰ ਜਾਂ ਮਨ ਨੂੰ ਬਾਣੀ ਲਿਖਦੇ ਆ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ। ਅੱਜ ਕਹਿੰਦੇ ਰੇ ਨਰ ਹੇ ਮਨੁੱਖ ਇਹ ਸਾਚੀ ਜੀ ਧਾਰ, ਧਾਰ ਮਤਲਬ ਟਿਕਾ ਲਾ ਜੀ ਦੇ ਵਿੱਚ ਦਿਲ 'ਚ। ਕਹਿੰਦੇ ਇਹ ਗੱਲ ਪੱਕੀ ਕਰਕੇ ਮਨ 'ਚ ਟਿਕਾ ਲਾ, ਪੱਲੇ ਬੰਨ ਲਾ ਮੇਰੀ ਇਹ ਗੱਲ। ਕਿਹੜੀ ਗੱਲ? ਕਿ ਸਗਲ ਜਗਤ ਹੈ ਜੈਸੇ ਸੁਪਨਾ, ਬਿਨ ਸਤ ਲਗਤ ਨਾ ਬਾਰ। ਬਾਰ ਮਤਲਬ ਦੇਰ, ਬਿਨ ਸਤ ਨਾ ਸੁਣਦਿਆਂ ਸਾਰਾ ਸੰਸਾਰ ਸੁਪਨੇ ਵਰਗਾ ਹੀ ਹੈ। ਕਹਿੰਦੇ ਇਹਦੇ ਨਾ ਸੁਣਦਿਆਂ ਫਿਰ ਦੇਰ ਨਹੀਂ ਲੱਗਦੀ, ਕਦੋਂ ਬਿਨਸ ਜਾਣਾ ਪਤਾ ਹੀ ਨਹੀਂ। ਕਿੰਨੇ ਵਾਰੀ ਉਸ ਸ੍ਰਿਸ਼ਟੀ ਦੇ ਮਾਲਕ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਤੇ ਕਿੰਨੇ ਵਾਰੀ ਉਹਨੇ ਨੂੰ ਵਾਪਸ ਆਪਦਾ ਖੇਲ ਜਿਹੜਾ ਪਸਾਰਿਆ ਹੋਇਆ ਉਹਨੂੰ ਇਕੱਠਾ ਕੀਤਾ। ਦੂਸਰੀ ਗੱਲ, ਮੌਤ ਨੇ ਸਾਨੂੰ ਕਿਹੜੇ ਵੇਲੇ ਆ ਕੇ ਦਬਾ ਲੈਣਾ ਸਾਨੂੰ ਨਹੀਂ ਪਤਾ, ਪਰ ਅਸੀਂ ਜਾਣ ਬੁੱਝ ਕੇ ਅਣਜਾਣ ਬਣਨ ਵਾਲੀ ਗੱਲ, ਜਿਵੇਂ ਬਿੱਲੀ ਨੂੰ ਵੇਖ ਕੇ ਕਬੂਤਰ ਅੱਖ ਨੂੰ ਮੀਚ ਲੈਂਦਾ, ਉਹ ਗੱਲ ਹੈ ਸਾਡੀ। ਪਤਾ ਹੈ ਮੌਤ ਅਟਲ ਸੱਚਾਈ ਹੈ, ਕਿਸੇ ਵੇਲੇ ਵੀ ਆ ਸਕਦੀ ਹੈ, ਇਹ ਵੀ ਪਤਾ ਹੈ, ਪਰ ਫਿਰ ਵੀ ਤਿਆਰ ਨਹੀਂ ਅਗਲੇ ਪਲ ਵਾਸਤੇ ਅਗਲਾ ਸਫ਼ਰ ਕਰਨਾ ਪੈ ਜੇ ਤਾਂ। ਜੇ ਹੁਣੇ ਮੌਤ ਆ ਕੇ ਦਬੋਚ ਲਵੇ, ਅਗਲਾ ਪਲ ਜੋ ਹੈ ਅਗਲੇ ਸਫ਼ਰ ਤਾਂ ਸ਼ੁਰੂ ਹੋ ਜਾਏ ਇਸ ਲੋਕ ਤੋਂ ਮਾਤ ਲੋਕ ਤੋਂ ਉਸ ਪਰਲੋਕ ਤੱਕ ਦਾ, ਤਾਂ ਫਿਰ ਮਨ ਨਾਲ ਕੀ ਬੀਤੂਗੀ? ਇਹ ਕਦੇ ਨਹੀਂ ਮਨ ਨੂੰ ਅਸੀਂ ਸਮਝਾਉਂਦੇ। ਬਾਰੂ ਭੀਤ ਬਨਾਈ ਰਚ, ਪਚ ਰਹਿਤ ਨਹੀਂ ਦਿਨ ਚਾਰ। ਪਚ ਮਤਲਬ ਪੋਚ ਕੇ, ਲਿੰਮ ਪੋਚ ਕੇ। ਕਹਿੰਦੇ ਜਿਵੇਂ ਬਾਰੂ ਹੁੰਦਾ ਰੇਤ, ਭੀਤ ਹੁੰਦਾ ਕੰਧ। ਕਹਿੰਦੇ ਜਿਵੇਂ ਜੇ ਰੇਤ ਦੀ ਕੰਧ ਬਣਾਈਏ ਨਾ ਤੇ ਉੱਤੋਂ ਨੂੰ ਪੋਚ ਦੀਏ, ਚੀਕਨੀ ਮਿੱਟੀ ਨਾਲ ਤਿਆਰ ਕਰ ਦੀਏ, ਪਰ ਫਿਰ ਵੀ ਕਿਉਂਕਿ ਉਹ ਰੇਤ ਦੀ ਗ੍ਰਿਪ ਹੀ ਹੈ ਨੀ ਗੀ, ਉਹ 4 ਦਿਨ ਵੀ ਨਹੀਂ ਟਿਕਦੀ। ਰੇਤੇ ਦੀਆਂ ਕੰਧਾਂ ਨਹੀਂ ਕਦੇ ਬਣਦੀਆਂ। ਗੁਰੂ ਸਾਹਿਬ ਕਹਿੰਦੇ ਉਹੇ ਜਿਹਾ ਤੇਰਾ ਸਰੀਰ ਹੈ, ਕਹਿੰਦੇ ਰੇਤੇ ਦੀ ਕੰਧ ਵਰਗਾ, ਸਦਾ ਸਦਾ ਹੀ ਨਹੀਂ ਇੱਥੇ ਰਹਿਣਾ। 4 ਦਿਨ ਹੈ ਮਾਤ ਲੋਕ ਤੇ ਆਇਆ, ਤੇ ਉਹ ਵੀ ਕੀ ਕੁਮਤ ਲੈਂਦੇ ਫਿਰਦੇ ਇੱਥੇ ਆ ਕੇ ਆਪਾਂ। ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ। ਗੁਰੂ ਸਾਹਿਬ ਨੇ ਕੰਪੇਅਰ ਕਰਕੇ ਦਿੱਤਾ, ਕਹਿੰਦੇ ਜਿਵੇਂ ਬਾਲੂ ਦੀ ਭੀਤ ਨਹੀਂ ਨਾ ਟਿਕਦੀ, ਉਵੇਂ ਨਾ ਤਾਂ ਤੇਰਾ ਜੀਵਨ ਟਿਕਣ ਵਾਲਾ ਹੈ। ਦੂਜੀ ਗੱਲ ਕਹਿੰਦੇ ਮਾਇਆ ਨਗਰੀ, ਤੈਸੇ ਹੀ ਸੁਖ ਮਾਇਆ ਕੇ। ਇਹ ਮਾਇਆ ਨਗਰੀ ਦੇ ਜਿਹੜੇ ਤੈਨੂੰ ਸੁੱਖ ਲੱਗਦੇ ਆ ਨਾ, ਇਹ ਕਾਰਾਂ ਗੱਡੀਆਂ ਬੰਗਲੇ ਚੰਗਾ ਰੁਤਬਾ, ਕਹਿੰਦੇ ਇਹ ਤਾਂ ਬਾਲੂ ਦੀ ਭੀਤ ਵਰਗੇ ਆ। ਔਰ ਜੋ ਕਹਾਂ ਗਵਾਰ, ਮੂਰਖ ਹੈ ਮੂਰਖਾ, ਤੂੰ ਕਿੱਥੋਂ ਇਹਨਾਂ ਸੁੱਖਾਂ 'ਚ ਮਸਤ ਹੋਇਆ ਪਿਆ? ਇਹ ਤਾਂ ਕਹਿੰਦੇ ਮਾਇਆ ਦੇ ਸੁੱਖ ਉਹ ਰੇਤ ਦੀ ਕੰਧ ਵਰਗੇ ਆ, 4 ਦਿਨਾਂ 'ਚ ਢਹਿ ਢੇਰੀ ਹੋ ਜਾਣੇ। ਔਰ ਇਹ ਗੱਲ ਸੱਚਾਈ ਹੈ, ਅਸੀਂ ਪ੍ਰੈਕਟੀਕਲੀ ਦੁਨੀਆ ਤੇ ਦੇਖਦੇ ਹਾਂ। ਅਰਸ਼ੋਂ ਫਰਸ਼ ਤੇ ਡਿੱਗਦੇ ਹੋਏ ਬਹੁਤ ਜਣਿਆਂ ਨੂੰ ਅਸੀਂ ਦੇਖਿਆ, ਪਲ ਨਹੀਂ ਲੱਗਦਾ। ਤੇ ਫਿਰ ਮੇਰੇ ਵਰਗਾ ਐਵੇਂ ਹੰਕਾਰ ਕਰੀ ਜਾਂਦਾ ਕਿ ਮੇਰੇ ਕੋਲ ਇੰਨਾ ਕੁਛ ਹੈ, ਇੰਨਾ ਮੈਂ ਆਏਂ ਕਮਾਈ ਕਰ ਲਈ, ਮੈਂ ਆਏਂ ਆ ਕਰ ਲਿਆ। ਗੁਰੂ ਸਾਹਿਬ ਕਹਿੰਦੇ ਰੇਤ ਦੀ ਕੰਧ ਵਰਗੇ ਹੈ, ਬਿਸਰਦਿਆਂ ਬਿਖਰਦਿਆਂ ਢਹਿ ਢੇਰੀ ਹੁੰਦੇ, ਕੁਛ ਨਹੀਂ ਲੱਗਣਾ। ਨਾ ਕਹਿੰਦੇ ਇਹ ਝੂਠੀਆਂ ਤੂੰ ਉਲਝਣਾ 'ਚ ਪੈ। ਅਜਹੂ ਸਮਝ ਕਿਛ ਬਿਗੜਿਓ ਨਾ ਹੈ ਨਾ, ਭਜ ਲੈ ਨਾਮ ਮੁਰਾਰ। ਮੇਰੇ ਵਰਗੇ ਅਣਜਾਣ ਪਾਪੀ ਜੀਵ ਨੂੰ ਗੁਰੂ ਸਾਹਿਬ ਕਹਿੰਦੇ ਭਾਈ ਅਜੇ ਵੀ ਸਮਝ ਲਾ। ਅਜਹੂ ਮਤਲਬ ਅਜੇ ਵੀ। ਕਹਿੰਦੇ ਹੁਣ, ਕਹਿੰਦੇ ਜੇ ਤੂੰ ਹੁਣ ਮੇਰੇ ਵਰਗੇ ਨੇ ਜ਼ਿੰਦਗੀ ਤਾਂ ਟਪਾ ਲਈ, ਅੱਗੇ ਹਰ ਰੋਜ਼ ਅੱਗਾ ਹੋਰ ਨੇੜੇ ਆ ਜਾਂਦਾ, ਤੇ ਅਗਲੇ ਪਲ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ। ਇਸ ਲਈ ਗੁਰੂ ਸਾਹਿਬ ਕਹਿੰਦੇ ਕਿ ਹਜੇ ਵੀ ਸਮਝ ਲਾ, ਡੁੱਲੇ ਪੈਰਾਂ ਦਾ ਕੁਛ ਨਹੀਂ ਵਿਗੜਿਆ। ਅਜੂ ਸਮਝ ਕਿਛ ਬਿਗੜਿਓ ਨਹੀਂ, ਕੁਛ ਨਹੀਂ ਵਿਗੜਿਆ ਹਜੇ। ਭਜ ਲੈ ਨਾਮ ਮੁਰਾਰ, ਭਜਨ ਕਰ ਲਾ ਕਹਿੰਦੇ ਉਸ ਮੁਰਾਰੀ ਦਾ, ਉਸ ਨਾਮ, ਉਹਦੇ ਪਰਮਾਤਮਾ ਦੇ ਨਾਮ ਦਾ।
ਕਿੰਨੀਆਂ ਮੱਤਾਂ ਦਿੰਦੇ। ਗੁਰੂ ਸਾਹਿਬ ਕਹਿੰਦੇ ਕੋਈ ਨਹੀਂ, ਇੰਨੀ ਉਮਰ ਟਪਾ ਲਈ ਨਾ, ਕੋਈ ਨਹੀਂ, ਭੁੱਲ ਜਾ ਉਹਨੂੰ, ਹੁਣੀ ਤੋਂ ਜੁੜ ਜਾ, ਜਾਣ ਤੋਂ ਪਹਿਲਾਂ ਜੁੜ ਜਾ। ਜੀਵਤ ਹੋਣਾ ਮੁਕਤ, ਉਹ ਜੀਵਨ ਮੁਕਤ ਕਹਿੰਦੇ ਹੁਣੀ, ਹਜੇ ਵੀ ਹੋ ਜਾ, ਹਜੇ ਵੀ ਤੇਰੇ ਕੋਲ ਕੁਛ ਟਾਈਮ ਬਚਿਆ, ਪਲ ਬਚੇ ਹੈ। ਜੋ ਲੰਘ ਗਏ ਉਹਦੇ ਤੇ ਨਾ ਵਿਚਾਰ ਕਰ, ਜੋ ਹੁਣ ਹੈ ਹੁਣ ਸੰਭਾਲ ਲਓ ਉਸ ਮੁਰਾਰੀ ਦਾ ਨਾਮ। ਸਭ ਤੋਂ ਮੋਸਟ ਇੰਪੋਰਟੈਂਟ ਕੰਮ ਹੈ ਇਸ ਜ਼ਿੰਦਗੀ ਦਾ, ਕਿਉਂਕਿ ਇਸ ਕੰਮ ਨੂੰ ਕਰਨ ਲਈ ਸਮਾਂ ਮਿਲਣਾ ਕਿ ਨਹੀਂ ਇਹ ਨਹੀਂ ਸਾਨੂੰ ਪਤਾ। ਦੁਨਿਆਵੀ ਕੰਮ ਰਹਿ ਵੀ ਜਾਣਗੇ, ਕੋਈ ਗੱਲ ਨਹੀਂ, ਕੋਈ ਉਹਨਾਂ ਫਰਕ ਨਹੀਂ ਪੈਣ ਵਾਲਾ। ਪਰ ਮੈਂ ਤਾਂ ਏਡੀ ਮੂਰਖ, ਏਡੀ ਕੀ ਕਵਾਂ ਹੁਣ, ਸ਼ਬਦ ਹੀ ਨਹੀਂ। ਉਸ ਗੁਰੂ ਦੀ ਨਜ਼ਰ 'ਚ ਤਾਂ ਐਡੇ ਵੱਡੇ ਅਸੀਂ ਗੁਨਾਹਗਾਰ ਹਾਂ ਕਿ ਦੁਨੀਆ ਦਾ ਕੰਮ ਕੋਈ ਨਹੀਂ ਛੱਡਣਾ, ਠੀਕ ਹੈ, ਤੇ ਇੱਧਰ ਵਾਸਤੇ ਰੱਬ ਦਾ ਨਾਮ ਲੈਣ ਵਾਸਤੇ ਅੱਜ ਤਾਂ ਟਾਈਮ ਹੀ ਨਹੀਂ ਮਿਲਿਆ। ਉੱਥੇ ਐਂ ਕਹਿ ਕੇ ਸਾਰ ਦੇਣਾ, ਇਹਦਾ ਮਤਲਬ ਕੀ ਹੈ ਕਿ ਮਨ ਨੂੰ ਇਹ ਪਤਾ ਹੀ ਨਹੀਂ ਕਿ ਸਭ ਤੋਂ ਇੰਪੋਰਟੈਂਟ ਕੰਮ ਤਾਂ ਇਹ ਹੈ। ਇਸ ਕੰਮ ਨੂੰ ਅੱਗੇ ਸਮਾਂ ਨਹੀਂ ਮਿਲਣਾ। ਰੋਟੀ ਪਕਾਉਣ ਨੂੰ ਤਾਂ ਜੇ ਜਿਉਂਦੇ ਰਹੋਗੇ ਤਾਂ ਮਿਲ ਵੀ ਜਾਊਗਾ, ਜਿਉਂਦੇ ਰਹੋਗੇ ਤਾਂ ਪੇਟ ਭਰੋਗੇ ਨਾ, ਤਾਂ ਹੀ ਰੋਟੀ ਚਾਹੀਦੀ ਹੋਊਗੀ। ਤੇ ਜੇ ਅਗਲਾ ਪਲ ਹੀ ਨਾ ਮਿਲਿਆ ਪਰਮਾਤਮਾ ਵੱਲੋਂ, ਫਿਰ ਉਹ ਕੀਤਾ ਕੰਮ ਕੀ ਕਰੂਗਾ। ਇਸ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖੀਏ ਕਿ ਹੋਰ ਕੰਮ ਰਹਿ ਜੇ ਤਾਂ ਕੋਈ ਗੱਲ ਨਹੀਂ, ਆਹ ਕੰਮ ਨਾ ਰਵੇ। ਤੇ ਨਾਲੇ ਗੁਰੂ ਸਾਹਿਬ ਕਹਿੰਦੇ, ਮੈਂ ਤਾਂ ਕਹਿੰਦਾ ਨਹੀਂ ਸਾਰੇ ਕੰਮ ਕਾਜ ਛੱਡ ਕੇ ਤੁਸੀਂ ਸਮਾਧੀਆਂ ਲਾ ਕੇ ਬੈਠੋ ਤੇ ਫੇਰ ਜਪੋ। ਗੁਰੂ ਸਾਹਿਬ ਤਾਂ ਕਹਿੰਦੇ ਕੰਮ ਕਰਦੇ ਰਹੋ ਤੁਸੀਂ ਹੱਥਾਂ ਪੈਰਾਂ ਨਾਲ, ਪਰ ਚੀਤ ਨਿਰੰਜਨ ਨਾਲ ਲਾ ਕੇ ਰੱਖੋ। ਉਹਨਾਂ ਨੇ ਤਾਂ ਤਰੀਕਾ ਵੀ ਸਾਨੂੰ ਬਹੁਤ ਸੌਖਾ ਦੇ ਦਿੱਤਾ, ਪਰ ਸਾਡਾ ਕੀ ਹੱਥ ਪੈਰ ਕੰਮ ਕਰਦੇ, ਚਿੱਤ ਸਾਡਾ ਮਾਇਆ ਨਾਲ ਹੈ, ਸਾਡਾ ਨਿਰੰਜਨ ਨਾਲ ਹੈ ਹੀ ਨਹੀਂ। ਤੇ ਗੁਰੂ ਸਾਹਿਬ ਦੇਖੋ ਬਹੁਤ ਝੰਜੋੜ ਕੇ ਸਮਝਾ ਰਹੇ ਸਾਨੂੰ, ਭਾਈ ਹਜੇ ਵੀ ਕੁਛ ਨਹੀਂ ਵਿਗੜਿਆ। ਜੇ ਹੁਣ ਤੱਕ ਤੂੰ ਨਹੀਂ ਉਸ ਪਰਮਾਤਮਾ ਵਾਲੇ ਪਾਸੇ ਲੱਗਿਆ ਤਾਂ ਹੁਣ ਲੱਗ ਜਾ। ਹੁਣ ਦੂਜੀ ਗੱਲ ਇਹ ਹੈ, ਮੇਰੇ ਵਰਗਾ ਕਹੂਗਾ ਮੈਂ ਤਾਂ ਬੜੀ ਦੇਰ ਦਾ ਲੱਗਿਆ, ਮੈਂ ਤਾਂ ਚੌਥੀ ਪੰਜਵੀਂ ਚ ਹੁੰਦੇ ਸੀ ਜਦੋਂ ਦੇ ਪਾਠ ਜਪਜੀ ਸਾਹਿਬ ਆਉਂਦਾ ਮੈਨੂੰ, ਉਦੋਂ ਦੇ ਮੈਂ ਤਾਂ ਕਿੰਨੇ ਸਹਿਜ ਪਾਠ ਕਰ ਲਏ ਹੁਣ ਤੱਕ, ਕਿੰਨੇ ਮੈਂ ਤਾਂ ਸੁਖਮਨੀ ਸਾਹਿਬ ਕਰ ਲਈ। ਸਾਡੀ ਤਾਂ ਸੁਖਮਨੀ ਸਾਹਿਬ ਦੀ ਸੁਸਾਇਟੀ ਹੈ, ਅਸੀਂ ਤਾਂ ਹਫਤੇ 'ਚ ਇੰਨੇ ਪਾਠ ਕਰਦੇ ਨੇ। ਮੇਰੇ ਵਰਗਾ ਫਿਰ ਇਹ ਮਾਨ ਕਰੂਗਾ ਕਿ ਮੈਂ ਤਾਂ ਜੁੜਿਆ ਹੋਇਆ। ਪਰ ਸਾਧ ਸੰਗਤ ਜੀ ਇੱਥੇ ਹੀ ਗਲਤ ਹੁੰਦੇ ਅਸੀਂ। ਜਦ ਤੱਕ ਸਾਡੀਆਂ ਗਿਆਨ ਇੰਦਰੀਆਂ ਉਸ ਅਕਾਲ ਪੁਰਖ ਨਾਲ ਨਹੀਂ ਜੁੜਦੀਆਂ, ਉਹਦੀ ਸਿਫਤ ਸਲਾਹ ਨਹੀਂ ਕਰਦੀਆਂ, ਬਾਣੀ ਤੋਂ ਸੋਝੀ ਲੈ ਕੇ, ਗੁਰਬਾਣੀ ਤੋਂ ਅਸੀਂ ਸੋਝੀ ਲੈਣੀ ਸੀ, ਗੁਰਬਾਣੀ ਦਾ ਕਹਿਣਾ ਮੰਨਣਾ ਸੀ, ਗੁਰਬਾਣੀ ਨੂੰ ਸ਼ਬਦ ਨੂੰ ਵਿਚਾਰਨਾ ਸੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਗੁਰੂ ਸਾਹਿਬ ਕਹਿੰਦੇ ਉਹਦੀ ਅੰਮ੍ਰਿਤ ਵੇਲੇ ਸੱਚ ਨਾਉ ਵੀ ਕਰੋ, ਉਹਦਾ ਸੱਚੇ ਦੇ ਨਾਮ ਦੀ ਵਡਿਆਈ ਕਰੋ, ਵਿਚਾਰ ਕਰੋ। ਕਿਹਦੀ ਵਡਿਆਈ ਕਰ ਰਹੇ ਹੋ ਤੁਸੀਂ? ਕੀਤੀ ਨਹੀਂ, ਪੜਿਆ ਬਸ ਛੱਡਦਾ, ਪੜਿਆ ਛੱਡ, ਪੜ ਗੱਡੀ ਨਹੀਂ ਲੱਦਣੀ। ਗੁਰੂ ਸਾਹਿਬ ਕਹਿੰਦੇ ਗੱਡੀਆਂ ਨਾ ਲੱਦੀ ਜਾਓ, ਪਰ ਫਿਰ ਵੀ ਸਮਝ ਹੀ ਨਹੀਂ ਆਉਂਦੀ ਕਿਉਂ ਸਾਡਾ ਮਨ ਇੰਨਾ ਹੈ ਕਿ ਅਸੀਂ ਪੜ੍ਹਨ ਵਾਲੇ ਪਾਸੇ ਜ਼ਿਆਦਾ ਚਾਹੁੰਦੇ ਹਾਂ। ਪੜ੍ਹਨਾ ਬੁਰੀ ਗੱਲ ਨਹੀਂ ਹੈ, ਪੜ੍ਹੋ, ਜਿੰਨਾ ਵੱਧ ਤੋਂ ਵੱਧ ਪੜ੍ਹਿਆ ਜਾਂਦਾ, ਪਰ ਗੁਰੂ ਸਾਹਿਬ ਕਹਿੰਦੇ ਜਦ ਤੱਕ ਉਹ ਪੜ੍ਹਿਆ ਤੁਹਾਡੇ ਅੰਦਰ ਨਹੀਂ ਗਿਆ, ਅੰਦਰ ਕਦੋਂ ਜਾਦੂਗਾ? ਜਦੋਂ ਵਿਚਾਰਾਂਗੇ। ਟੀਚਰ ਬੋਲ ਕੇ ਆ ਗਿਆ, 40 ਬੱਚੇ ਬੈਠੇ, 40 ਨੇ ਲੈਕਚਰ ਸੁਣ ਲਿਆ, ਉਹ ਲੈਕਚਰ ਜਿਨ੍ਹਾਂ ਦੇ ਅੰਦਰ ਗਿਆ ਉਹਨਾਂ ਨੂੰ ਤਾਂ ਉੱਥੇ ਹੀ ਤਿਆਰ ਹੋ ਗਿਆ। ਜਿਨ੍ਹਾਂ ਦੇ ਥੋੜਾ ਬਹੁਤਾ ਚਲੋ ਗਿਆ, ਮਾੜੀ ਮੋਟੀ ਕੰਸੈਂਟਰੇਸ਼ਨ ਜਿਨ੍ਹਾਂ ਨੇ ਰੱਖੀ, ਉਹ ਘਰੇ ਦੁਬਾਰਾ ਵਿਚਾਰਨਗੇ, ਪੜ੍ਹਨਗੇ, ਰੀਡਿੰਗ ਦੇਣਗੇ, ਉਹਨਾਂ ਨੂੰ ਫਿਰ ਠੀਕ ਹੋ ਜਾਊਗਾ, ਯਾਦ ਹੋ ਜਾਊਗਾ। ਤੇ ਜਿਹੜੇ ਮੇਰੇ ਵਰਗਾ ਬੈਠਾ ਤਾਂ ਟੀਚਰ ਅੱਗੇ ਵਧੀਆ ਸਿਰ ਹਿਲਾਈ ਜਾਂਦਾ, ਸਿੱਖਾਂ ਨਾਲ ਅੱਖਾਂ ਮਿਲਾ ਕੇ, ਜਿਵੇਂ ਮੈਂ ਤਾਂ ਬਹੁਤ ਸਮਝ ਰਿਹਾ, ਅੰਦਰ ਇੱਕ ਅੱਖਰ ਵੀ ਨਹੀਂ ਗਿਆ ਕਿ ਟੀਚਰ ਬੋਲ ਕੀ ਰਿਹਾ ਸੀ। ਗੁਰਬਾਣੀ ਵਾਲੇ ਪਾਸੇ ਅੱਜ ਮੇਰੇ ਵਰਗੇ ਦਾ ਇਹੀ ਹਾਲ ਹੈ। ਪੜ੍ਹੀ ਤਾਂ ਜਾਂਦੇ ਆ ਬੜੇ ਸੋਹਣੀ ਆਵਾਜ਼ ਦੇ ਵਿੱਚ, ਹੀਕਾਂ ਲਾ ਕੇ, ਠੀਕ ਹੈ, ਸਹਿਜ ਨਾਲ ਵੀ ਪੜ੍ਹੀ ਜਾਂਦੇ ਆ, ਪਰ ਉਹੀ ਬੱਚੇ ਵਾਲੀ ਹਾਲਤ ਹੈ ਵੀ ਅੰਦਰ ਇੱਕ ਨਹੀਂ ਗਿਆ। ਜੇ ਚਲੋ ਥੋੜਾ ਪੜ੍ਹਿਆ ਹੋਵੇ, ਥੋੜਾ ਸਮਝਿਆ ਹੋਵੇ, ਥੋੜਾ ਦੁਬਾਰਾ ਵਿਚਾਰਿਆ ਹੋਵੇ, ਥੋੜਾ ਬਹੁਤਾ ਬੱਚੇ ਨੇ ਟੀਚਰ ਨੂੰ ਸੁਣ ਲਿਆ, ਥੋੜਾ ਬਹੁਤਾ ਦੁਬਾਰਾ ਘਰੇ ਜਾ ਕੇ ਆਪ ਰਿਵਾਈਜ਼ ਕੀਤਾ। ਅਸੀਂ ਹੁਣ ਗੁਰੂ ਦੀ ਤਾਬਿਆ ਆਉਂਦੇ ਹਾਂ, ਬੈਠਦੇ ਹਾਂ, ਸਵੇਰੇ ਟਾਈਮ ਕੱਢਦੇ ਹਾਂ ਪਾਠ ਵਾਸਤੇ,
ਉਦੋਂ ਤਾਂ ਅਸੀਂ ਬੈਠੇ ਹਾਂ ਗੁਰੂ ਸਾਹਿਬ ਦੇ, ਚਲੋ ਸਮਝ ਕੇ ਪੜ੍ਹਨ ਦੀ ਵੀ ਕੋਸ਼ਿਸ਼ ਕਰ ਲੈਂਦੇ ਹਾਂ, ਪਰ ਜਦੋਂ ਬਾਅਦ ਵਿੱਚ ਵਿਚਾਰ ਹੀ ਨਹੀਂ ਆਈ ਕਿ ਕੀ ਪੜ੍ਹਿਆ ਕੀ ਸਮਝਿਆ, ਇਹ ਨਹੀਂ ਕਿ ਰੱਟਾ ਲਾਉਣਾ, ਪਰ ਸਮਝ ਤਾਂ ਲੈ ਸਕਦੇ ਹਾਂ ਨਾ। ਜਿਹਨੂੰ ਦਿਨੇ ਵਿਚਾਰ ਦੀਏ ਦੁਬਾਰਾ, ਉਹ ਅਸੀਂ ਹੋਮਵਰਕ ਲੈ ਕੇ ਨਹੀਂ ਜਾਂਦੇ। ਗੁਰੂ ਸਾਹਿਬ ਕਹਿੰਦੇ ਉਹ ਇੱਕ ਪਲ ਵੀ ਨਹੀਂ ਛੱਡਣਾ, ਤੂੰ ਨਿਸ ਦਿਨ ਤੂੰ ਉਹਦਾ ਨਾਮ ਜਪਣਾ। ਇਸ ਲਈ ਗੁਰੂ ਸਾਹਿਬ ਸ਼ਬਦ ਦੀ ਸਮਾਪਤੀ ਤੇ ਕਹਿੰਦੇ, ਅਜੂ ਸਮਝ ਕਿਛ ਬਿਗੜਿਓ ਨਾਹਿਨ, ਭਜਲੇ ਨਾਮ ਮੁਰਾਰ, ਕਹ ਨਾਨਕ ਨਿਜ ਮਤ ਸਾਧਨਾ, ਕਿਉ ਭਾਖਿਓ ਤੋਹੇ ਪੁਕਾਰ। ਨਾਨਕ ਕਹਿੰਦੇ, ਨੌਵੇਂ ਨਾਨਕ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਹਿੰਦੇ, ਨਿਜ ਮਤਲਬ ਆਪਣਾ, ਮਤ ਮਤਲਬ ਖਿਆਲ। ਕਹਿੰਦੇ ਤੈਨੂੰ ਗੁਰਮੁਖਾਂ ਦਾ ਇਹ ਨਿੱਜੀ ਖਿਆਲ ਪੁਕਾਰ ਕੇ ਸੁਣਾ ਰਿਹਾ। ਗੁਰੂ ਸਾਹਿਬ ਕਹਿੰਦੇ, ਭਾਖਿਓ ਤੋਹੇ ਪੁਕਾਰ, ਤੈਨੂੰ ਪੁਕਾਰ ਕੇ ਕਹਿ ਰਿਹਾ ਮਨਾ, ਹੇ ਨਰ ਹੇ ਆਦਮੀ, ਹਜੇ ਵੀ ਕੁਛ ਨਹੀਂ ਵਿਗੜਿਆ, ਅਜੇ ਵੀ ਸੰਭਾਲ ਲਾ। ਉਹ ਤਾਂ ਕਹਿੰਦੇ ਜਾਂਦਾ ਜਾਂਦਾ ਵੇਲਾ ਵੀ ਸੰਭਾਲ ਲੈਣਾ ਤਾਂ ਪਾਰ ਉਤਾਰਾ ਹੋ ਜਾਂਦਾ, ਪਰ ਜਾਂਦਾ ਵੇਲਾ ਸੰਭਾਲਿਆ ਕਿਵੇਂ ਜਾਊਗਾ ਨਾ, ਜਾਣ ਦਾ ਵੇਲਾ ਹੀ ਤਾਂ ਪਤਾ ਨਹੀਂ। ਇੱਕਦਮ ਝਪਕ ਲਿਆ ਮੌਤ ਨੇ, ਤੁਰੇ ਜਾਂਦੇ ਐਕਸੀਡੈਂਟ ਹੋ ਗਿਆ, ਮੇਰੇ ਵਰਗਾ ਗੱਡੀ ਥੱਲੇ ਆ ਗਿਆ, ਠਾ ਪਟਾਕਾ, ਕਿੱਥੇ ਵਾਹਿਗੁਰੂ ਕਹਿਣ ਦਾ ਮੌਕਾ ਮਿਲਣਾ, ਉਹ ਵੀ ਅੰਦਰੋਂ। ਇਸ ਲਈ ਮੌਤ ਨੇ ਤਾਂ ਕਿਆ ਜਾਣੇ ਕਿ ਮरेंगे कैसा मरना ਹੋਏ। ਸਾਹਿਬ ਜੀ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ, ਸਾਹਿਬ ਨਹੀਂ ਮਨੋਂ ਵਿਸਰਿਆ ਤਾਂ ਸਹਿਜੇ ਹੀ ਮਰ ਜਾਵਾਂਗੇ। ਫਿਰ ਸਿੱਧੀ ਤਾਰ ਜੁੜੂਗੀ ਜੇ ਪਹਿਲਾਂ ਪ੍ਰੈਕਟਿਸ ਹੋਊਗੀ ਉਹਦੇ ਨਾਲ ਜੁੜਨ ਦੀ। ਜੇ ਪਹਿਲਾਂ ਤਾਂ ਮੇਰੇ ਵਰਗੇ ਨੇ ਕਦੇ ਧਿਆਇਆ ਨਹੀਂ ਤੇ ਉਹ ਛੱਡ ਤੇ ਐਂਡ ਵਾਲੇ ਤੇ ਚਲੋ ਜਾਂਦੇ ਜਾਂਦੇ ਧਿਆ ਲਾਂਗੇ, ਤੇ ਗੁਰੂ ਸਾਹਿਬ ਨੇ ਕਿਹਾ ਫਿਰ ਸਿੱਧੇ ਪਾਰ ਲੰਘ ਜਾਾਂਗੇ। ਜਦੋਂ ਪ੍ਰੈਕਟਿਸ ਹੀ ਨਹੀਂ ਤਾਂ ਕਿਵੇਂ ਲੰਘ ਜਾਾਂਗੇ। ਇਸ ਲਈ ਸੋਝੀ ਲਈਏ ਸ਼ਬਦ ਗੁਰੂ ਤੋਂ, ਰੋਜ਼ ਸ਼ਬਦ ਗੁਰੂ ਸੋਝੀ ਬਖਸ਼ਿਸ਼ ਕਰਦੇ। ਭਾਈ ਇੱਕ ਸੌਖਾ ਜਿਹਾ ਹੀ ਕੰਮ ਦਿੱਤਾ ਤੈਨੂੰ, ਵੀ ਆਦਾ ਚਿੱਤ ਉਹਦੇ ਨਾਲ ਲਾ ਕੇ ਰੱਖ, ਨਾਲੇ ਤਾਂ ਤੂੰ ਇਹ ਮਾਇਆ ਨਗਰੀ ਦੀਆਂ ਉਲਝਣਾਵਾਂ ਤੋਂ, ਚਿੰਤਾ ਤੋਂ, ਜੈਲੇਸੀ ਤੋਂ, ਦੁਏਸ਼ ਤੋਂ ਬਚ ਜਾਏਗਾ, ਤੇ ਨਾਲੇ ਤੇ ਰਾਗਾ ਸਵਾਰਿਆ ਜਾਊਗਾ। ਪੁਕਾਰ ਕੇ ਅੱਜ ਗੁਰੂ ਸਾਹਿਬ ਕਹਿੰਦੇ, ਮੈਂ ਤੈਨੂੰ ਪੁਕਾਰ ਕੇ ਕਹਿਣਾ ਵੀ ਹਜੇ ਵੀ ਕੁਛ ਨਹੀਂ ਵਿਗੜਿਆ, ਹਜੇ ਵੀ ਸੰਭਲ ਜਾ। ਇਸ ਲਈ ਗੁਰੂ ਪਿਆਰੇ ਸਾਧ ਸੰਗਤ ਜੀ, ਮਿਹਨਤ ਕਰੀਏ ਵਿਚਾਰ ਕਰਨ ਦੀ, ਬਾਣੀ ਵਿਚਾਰ ਕਰੀਏ, ਬਾਣੀ ਨੂੰ ਕਮਾਈਏ। ਉਸ ਤੇ ਵਿਚਾਰ ਕਰਨ ਦਾ ਫਾਇਦਾ ਕੀ ਹੈ ਕਿ ਉਹਦੇ ਤੇ ਚੱਲੀਏ, ਗੁਰੂ ਸਾਹਿਬ ਜੋ ਕਹਿ ਰਹੇ ਹੈ, ਤੇ ਦੂਜਿਆਂ ਨੂੰ ਵੀ ਨਾਲ ਲਾਈਏ। ਜਿਹਦੀ ਕੋਲੇ ਕੋਈ ਗੱਲ ਕਰੀਏ ਗੁਰੂ ਦੀ ਹੀ ਕਰੀਏ। ਇਹ ਆਦਤ ਜ਼ਰੂਰੀ ਬਣਾਉਣੀ ਚਾਹੀਦੀ ਹੈ। ਰੰਗੀਆਂ ਹੋਈਆਂ ਰੂਹਾਂ ਗੱਲਾਂ ਕਰਦੀਆਂ ਸਦਾ ਗੁਰੂ ਦੀਆਂ ਹੀ ਕਰਦੀਆਂ, ਜਿੱਥੇ ਜਿਹਦੇ ਕੋਲੇ ਬਹਿ ਜਾਂਦੀਆਂ। ਉਦੋਂ ਮੇਰੇ ਵਰਗਾ ਕਈ ਵਾਰੀ ਸੋਚਦਾ, ਪਤਾ ਨਹੀਂ ਵੀ ਸਾਹਮਣੇ ਵਾਲੇ ਬੰਦੇ ਨੂੰ ਇਹ ਗੱਲ ਚੰਗੀ ਲੱਗ ਵੀ ਰਹੀ ਹੈ ਕਿ ਨਹੀਂ ਲੱਗ ਰਹੀ, ਪਰ ਇਹ ਗੁਰੂ ਦੀ ਹੀ ਗੱਲ ਕਰੀ ਜਾਂਦੇ ਆ, ਵੀ ਪਤਾ ਨਹੀਂ ਅਗਲੇ ਬੰਦੇ ਦਾ ਇੰਟਰਸਟ ਵੀ ਹੈ ਕਿ ਨਹੀਂ। ਪਰ ਜਿਹਨੇ ਗੁਰੂ ਦੀ ਗੱਲ ਕਰ ਲਈ, ਉਹਨੇ ਆਪਦਾ ਤਾਂ ਵੇਲਾ ਵਧੀਆ ਲੰਘਾ ਲਿਆ ਨਾ। ਦੂਜੇ ਦੀ ਆਪਦੀ ਮਰਜ਼ੀ ਸੁਣ ਰਿਹਾ ਕਿ ਨਹੀਂ ਸੁਣ ਰਿਹਾ, ਪਰ ਉਹ ਸੁਣਾਉਣ ਵਾਲੇ ਨੇ ਆਪਦਾ ਵੇਲਾ ਸਫਲ ਕਰ ਲਿਆ। ਇਸ ਲਈ ਗੁਰੂ ਦੀ ਗੱਲ ਸੁਣੀਏ, ਸੁਣਾਈਏ, ਫਾਲਤੂ ਦੇ ਝਗੜੇ ਝੰਬੇੜੇ ਮਨ ਚੋਂ ਮਿਟਾਈਏ। ਬਖਸ਼ਿਸ਼ ਨਦਰ ਉਸ ਅਕਾਲ ਪੁਰਖ ਨੇ ਕਰਨੀ ਹੈ। ਸੰਗਤ ਜੀ, ਮਿਹਨਤ ਆਪਣੇ ਮਨਾਂ ਨੂੰ ਸੁਧਾਰਨ ਵਾਸਤੇ ਆਪਾਂ ਕਰਨੀ ਹੈ। ਮਿਹਰ ਕਰੋ ਦਾਤਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਵਿਚਾਰ ਕਰਦੇ ਹੋਇਆਂ ਅਨੇਕਾਂ ਗਲਤੀਆਂ ਦੀ ਮਾਫੀ ਆਪ ਦੇ ਦੇਣਾ। हे ਮੇਰੇ ਵਾਹਿਗੁਰੂ ਜੀ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।